ਹੈਲੋ ਫਰੈਂਡਸ, ਦਿਸ ਇਜ਼ ਹਰਵਿੰਦਰ ਸਿੰਘ ਐਂਡ ਵੈਲਕਮ ਟੂ ਦ YouTube ਚੈਨਲ ਲਰਨ ਵਿਦ ਹਰਵਿੰਦਰ ਸਰ। ਅਤੇ ਇਸ ਵੀਡੀਓ ਵਿੱਚ ਅਸੀਂ ਕਰਾਂਗੇ PSEB ਕਲਾਸ 10th ਇੰਗਲਿਸ਼ ਦਾ ਚੈਪਟਰ ਨੰਬਰ 3 $1000 ਇਸ ਚੈਪਟਰ ਦੀ ਲਾਈਨ ਬਾਈ ਲਾਈਨ ਰੀਡਿੰਗ ਅਤੇ ਐਕਸਪਲੇਨੇਸ਼ਨ। ਦੋਸਤੋ, ਇਸ ਗੱਲ ਦਾ ਧਿਆਨ ਰੱਖੋ ਕਿ ਇਸ ਵੀਡੀਓ ਵਿੱਚ ਅਸੀਂ ਇਸ ਚੈਪਟਰ ਦੀ ਲਾਈਨ ਬਾਈ ਲਾਈਨ ਰੀਡਿੰਗ ਅਤੇ ਐਕਸਪਲੇਨੇਸ਼ਨ ਕੀਤੀ ਹੈ, ਪਰ ਜੇ ਆਪ ਸਾਰਿਆਂ ਨੇ ਸਾਡੇ ਨਾਲ ਇਸ ਚੈਪਟਰ ਦੇ ਕੁਐਸਚਨ ਆਨਸਰਸ ਕਰਨੇ ਹਨ ਤਾਂ ਅਸੀਂ ਉਸ ਦੀ ਅਲੱਗ ਤੋਂ ਵੀਡੀਓ ਬਣਾਈ ਹੈ, ਜਿਸ ਦਾ ਲਿੰਕ ਥੱਲੇ ਡਿਸਕ੍ਰਿਪਸ਼ਨ ਬਾਕਸ ਵਿੱਚ ਦਿੱਤਾ ਗਿਆ ਹੈ। ਤੇ ਇਸ ਚੈਪਟਰ ਦੀ ਪੂਰੀ ਤਰ੍ਹਾਂ ਤਿਆਰੀ ਦੇ ਲਈ ਆਪ ਸਾਰੇ ਵਿਦਿਆਰਥੀ ਉਸ ਵੀਡੀਓ ਨੂੰ ਵੀ ਜ਼ਰੂਰ ਦੇਖੋ। ਤੇ ਜੇ ਅਜੇ ਤੱਕ ਆਪ ਸਾਰਿਆਂ ਨੇ YouTube ਚੈਨਲ ਲਰਨ ਵਿਦ ਹਰਵਿੰਦਰ ਸਰ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਜੋ ਨਵੀਆਂ ਵੀਡੀਓਜ਼ ਆਪ ਸਾਰਿਆਂ ਨੂੰ ਸਮੇਂ ਸਿਰ ਪ੍ਰਾਪਤ ਹੋ ਸਕਣ। ਆਓ ਸ਼ੁਰੂ ਕਰਦੇ ਹਾਂ। ਤੇ ਇਸ ਸਟੋਰੀ ਦੇ ਰਾਈਟਰ ਹਨ ਓ ਹੈਨਰੀ ਤੇ ਇੰਟਰੋਡਕਟਰੀ ਪੈਰੇ ਵਿੱਚ ਲਿਖਿਆ ਰੋਬਰਟ ਗਿਲੀਅਨ ਰਿਸੀਵਡ $1000 from his uncle's will dead to with the condition। ਤੇ ਇਸ ਦਾ ਮਤਲਬ ਹੈ ਕਿ ਰੋਬਰਟ ਗਿਲੀਅਨ ਨੂੰ ਆਪਣੇ ਚਾਚੇ ਦੀ ਵਸੀਅਤ ਦੇ ਅਕੋਰਡਿੰਗਲੀ $1000 ਹੈ ਉਹ ਮਿਲੇ ਸੀ ਤੇ $1000 ਮਿਲਣ ਦੀ ਵੀ ਕੰਡੀਸ਼ਨ ਸੀਗੀ, ਕੋਈ ਸ਼ਰਤ ਸੀ। ਵਟ ਵਾਜ਼ ਦਾ ਕੰਡੀਸ਼ਨ? ਕਿਹੜੀ ਸ਼ਰਤ ਸੀ? ਵਟ ਡਿਡ ਹੀ ਡੂ ਵਿਦ ਦਾ ਮਨੀ? ਉਸਨੇ ਉਸ ਪੈਸੇ ਨਾਲ ਕੀ ਕੀਤਾ? ਡਿਡ ਹੀ ਸਪੈਂਡ ਇਟ ਸੈਂਸਿਬਲੀ? ਕਿ ਉਸਨੇ ਪੈਸੇ ਠੀਕ ਤਰ੍ਹਾਂ ਨਾਲ ਖਰਚ ਕੀਤੇ? ਤੇ ਜਦੋਂ ਅਸੀਂ ਕਹਾਣੀ ਨੂੰ ਪੜਾਂਗੇ ਤਾਂ ਸਾਨੂੰ ਸਾਰੀ ਗੱਲ ਕਲੀਅਰ ਹੋ ਜਾਏਗੀ। ਤੇ ਕਹਾਣੀ ਦਾ ਮੂਲ ਪਾਠ ਹੈ ਉਹ ਪੜ੍ਹਦੇ ਹਾਂ। $1000 repeated lawyer Tallman solemnly and severely and here is the money। solemnly ਦਾ ਅਰਥ ਹੈ ਗੰਭੀਰਤਾ ਨਾਲ, severely ਦਾ ਮਤਲਬ ਹੈ ਕਠੋਰਤਾ ਨਾਲ ਜਾਂ ਰੁੱਖੇ ਜਿਹੇ ਢੰਗ ਨਾਲ। ਤੇ ਵਕੀਲ ਟੋਲਮੈਨ ਨੇ ਰੋਬਰਟ ਗਿਲੀਅਨ ਨੂੰ ਕਿਹਾ $1000 ਗੰਭੀਰਤਾ ਨਾਲ ਕਿਹਾ, ਰੁੱਖੇ ਜਿਹੇ ਢੰਗ ਨਾਲ ਕਿਹਾ ਤੇ ਐਰੇ ਪੈਸੇ। young Gillian laughed as he touched the thin packet of new $50 notes। it is such a little amount, he told the lawyer। ਨੌਜਵਾਨ ਗਿਲੀਅਨ ਹੱਸ ਪਿਆ ਜਦੋਂ ਉਸਨੇ $50 ਦੇ ਨਵੇਂ ਨੋਟਾਂ ਦੀ ਥੱਦੀ ਨੂੰ ਛੂਹਿਆ। ਇਹ ਤਾਂ ਬਹੁਤ ਛੋਟੀ ਜਿਹੀ ਰਕਮ ਹੈ, ਇਹ ਉਸਨੇ ਵਕੀਲ ਨੂੰ ਕਿਹਾ। ਤੇ ਕੀ ਹੋਇਆ ਕਿ ਰੋਬਰਟ ਗਿਲੀਅਨ ਦੇ ਅੰਕਲ ਸੈਪਟੀਮਸ ਗਿਲੀਅਨ ਦੀ ਡੈਥ ਹੋ ਚੁੱਕੀ ਹੈ ਤੇ ਉਹਨਾਂ ਦੀ ਵਿਲ ਦੇ ਅਕੋਰਡਿੰਗਲੀ ਰੋਬਰਟ ਗਿਲੀਅਨ ਨੂੰ $1000 ਮਿਲੇ ਹਨ, ਪਰ ਅੰਕਲ ਦੀ ਪ੍ਰੋਪਰਟੀ ਸੀਗੀ ਬਹੁਤ ਜ਼ਿਆਦਾ ਤੇ ਇਸ ਕਰਕੇ ਉਸਨੂੰ ਥੋੜੇ ਜਿਹੇ ਪੈਸੇ ਮਿਲੇ ਹਨ ਤੇ ਉਹ ਇਕਲੌਤਾ ਹੀ ਵਾਰਿਸ ਸੀ, ਇਕੱਲਾ ਹੀ ਵਾਰਿਸ ਸੀ ਤੇ ਇਸ ਕਰਕੇ ਉਸਨੂੰ ਪੈਸੇ ਬਹੁਤ ਘੱਟ ਲੱਗ ਰਹੇ ਹਨ ਤੇ ਇਸ ਕਰਕੇ ਉਹ ਹੱਸਿਆ। You heard the reading of your uncle's will, continued lawyer Tallman in a dry tone। ਤੇ ਵਕੀਲ ਨੇ ਕਿਹਾ ਕਿ ਤੂੰ ਆਪਣੇ ਚਾਚੇ ਦੀ ਵਸੀਅਤ ਪੜ੍ਹਦੇ ਸਮੇਂ ਸਭ ਕੁਝ ਸੁਣਿਆ ਸੀ। ਤੇ ਇਹ ਵੀ ਉਸਨੇ ਰੁੱਖੇ ਜਿਹੇ ਢੰਗ ਨਾਲ ਕਿਹਾ। ਡਰਾਈ ਟੋਨ ਮੀਨਸ ਰੁੱਖੇ ਜਿਹੇ ਢੰਗ ਨਾਲ। I do not know if you paid any attention to its details। I must tell you that you must give us an account of the manner of expenditure of these $1000 as soon as you have spent them। I trust you will comply with late Mr. Gillian's wishes। ਤੇ ਵਕੀਲ ਫਿਰ ਰੋਬਰਟ ਗਿਲੀਅਨ ਨੂੰ ਕਹਿੰਦਾ ਕਿ ਮੈਨੂੰ ਇਹ ਨਹੀਂ ਪਤਾ ਕਿ ਤੂੰ ਵਿਲ ਦੀ ਜਿਹੜੀ ਗੱਲਾਂ ਸਨ, ਛੋਟੀਆਂ ਛੋਟੀਆਂ ਗੱਲਾਂ, ਤੂੰ ਉਸ ਵਿੱਚ ਧਿਆਨ ਦਿੱਤਾ ਹੈ ਕਿ ਨਹੀਂ, ਪਰ ਜਦੋਂ ਤੂੰ $1000 ਖਰਚੇਗਾ ਤਾਂ ਤੁਹਾਨੂੰ ਉਸਦਾ ਜਿਹੜਾ ਅਕਾਊਂਟ ਹੈ ਉਹ ਜਿਹੜਾ ਮੀਨਸ ਕਿ ਲੇਖਾ ਜੋਖਾ ਵੀ ਤੂੰ ਕਿੱਧਰ ਪੈਸੇ ਖਰਚੇ ਉਹ ਸਾਨੂੰ ਦੱਸਣਾ ਪੈਣਾ ਹੈ। ਤੇ ਇਹ ਨਾ ਸੈਪਟੀਮਸ ਗਿਲੀਅਨ ਦੀ ਵਿਲ ਵਿੱਚ ਲਿਖਿਆ ਹੋਇਆ ਕਿ ਜਦੋਂ ਰੋਬਰਟ ਗਿਲੀਅਨ ਹੈ ਕਿ $1000 ਖਰਚੇਗਾ ਤੇ ਉਸਨੂੰ ਵਕੀਲਾਂ ਨੂੰ ਉਸਦਾ ਜਿਹੜਾ ਹਿਸਾਬ ਕਿਤਾਬ ਹੈ, ਅਕਾਊਂਟ ਹੈ, ਉਹ ਦੇਣਾ ਪੈਣਾ ਹੈ। You may depend upon it, said the young man politely। I may have to have a secretary। I was never good at accounts। ਤੇ you may depend upon it ਦਾ ਮਤਲਬ ਹੈ ਤੁਸੀਂ ਭਰੋਸਾ ਰੱਖੋ। ਤੇ said the young man, ਤੇ young man ਕੌਣ ਹੈ? ਰੋਬਰਟ ਗਿਲੀਅਨ। ਤੇ ਰੋਬਰਟ ਗਿਲੀਅਨ ਕਹਿੰਦਾ ਕਿ ਤੁਸੀਂ ਮੇਰੇ ਤੇ ਭਰੋਸਾ ਰੱਖੋ ਕਿ ਮੈਨੂੰ ਤੁਸੀਂ ਸੈਕਟਰੀ ਰੱਖਣਾ ਪੈਣਾ ਹੈ, ਕਿਉਂਕਿ ਮੈਨੂੰ ਇਹ ਹਿਸਾਬ ਕਿਤਾਬ ਕਰਨਾ ਵਧੀਆ ਨਹੀਂ ਲੱਗਦਾ ਤੇ ਮੈਂ ਉਸ ਵਿੱਚ ਚੰਗਾ ਵੀ ਨਹੀਂ ਹੈਗਾ। Gillian thrust the packet of notes in his pocket and went to the club। There he looked for the person whom he called Old Bryson। ਤੇ ਇੱਕ word use ਹੋਇਆ thrust। ਤੇ thrust ਦਾ ਮਤਲਬ ਹੁੰਦਾ to put something quickly। ਦੇ ਗਿਲੀਅਨ ਨੂੰ ਜਿਹੜੇ ਪੈਸੇ ਮਿਲੇ ਸਨ, ਜਿਹੜੇ ਨੋਟਸ ਮਿਲੇ ਸਨ, ਉਸਨੇ ਛੇਤੀ ਆਪਣੀ ਜੇਬ ਵਿੱਚ ਪਾਏ ਤੇ ਉਹ ਕਲੱਬ ਵਿੱਚ ਚਲਾ ਗਿਆ। ਤੇ ਕਲੱਬ ਵਿੱਚ ਉਹ ਉਸ ਬੰਦੇ ਨੂੰ ਲੱਭ ਰਿਹਾ ਸੀ ਜਿਸ ਦਾ ਨਾਂ ਸੀ ਓਲਡ ਬ੍ਰਾਈਸਨ। Old Bryson was calm at 40। He was in corner reading a book and when he saw Gillian coming he sighed, laid down his book and took off his glasses। ਤੇ ਜਿਹੜਾ ਓਲਡ ਬ੍ਰਾਈਸਨ ਹੈ ਉਹ 40 ਸਾਲਾਂ ਦਾ ਸ਼ਾਂਤ ਬੰਦਾ ਸੀ ਤੇ ਉਹ ਕੋਨੇ ਵਿੱਚ ਬੈਠਾ ਕਿਤਾਬ ਪੜ੍ਹ ਰਿਹਾ ਸੀ। ਤੇ ਜਦੋਂ ਉਸਨੇ ਗਿਲੀਅਨ ਨੂੰ ਦੇਖਿਆ ਤੇ ਉਹਨੂੰ ਹੀ ਸਾਈਡ ਦਾ ਮਤਲਬ ਹੁੰਦਾ ਹੈ ਲੰਬਾ ਸਾਹ ਲਿਆ ਉਸਨੇ ਤੇ ਆਪਣੀ ਕਿਤਾਬ ਰੱਖ ਦਿੱਤੀ ਟੇਬਲ ਤੇ ਉਸਨੇ ਆਪਣੀਆਂ ਐਨਕਾਂ ਉਤਾਰ ਲਈਆਂ। Old Bryson, wake up, said Gillian। I have a funny story to tell you। ਤੇ ਉਸਨੇ ਓਲਡ ਬ੍ਰਾਈਸਨ ਨੂੰ ਕਿਹਾ ਕਿ ਤੂੰ ਉੱਠ ਜਾ ਕਿ ਮੈਂ ਤੈਨੂੰ ਇੱਕ ਫਨੀ ਸਟੋਰੀ, ਇੱਕ ਹਾਸੇ ਵਾਲੀ ਕਹਾਣੀ ਹੈ ਉਹ ਸੁਣਾਣੀ ਆ। ਤੇ ਓਲਡ ਬ੍ਰਾਈਸਨ ਕੀ ਕਹਿੰਦਾ? ਓਲਡ ਬ੍ਰਾਈਸਨ ਨੇ ਕਿਹਾ I wish you tell your story to someone in the billiard room, Gillian, said old Bryson। ਤੇ ਬਿਲੀਅਰਡ ਰੂਮ ਕੀ ਹੁੰਦਾ ਹੈ? ਉਹ ਥਾਂ ਜਿੱਥੇ ਕਿ ਬਿਲੀਅਰਡ ਜਾਂ ਪੂਲ ਗੇਮ ਹੈ ਉਹ ਖੇਡੀ ਜਾਂਦੀ ਹੈ।
ਤੇ ਓਲਡ ਬ੍ਰਾਈਸਨ ਕਹਿੰਦਾ ਕਿ ਤੂੰ ਕਿਸੇ ਨੂੰ ਬਿਲੀਅਰਡ ਰੂਮ ਵਿੱਚ ਇਹ ਕਹਾਣੀ ਸੁਣਾ ਦੇ। ਤੇ ਉਸ ਤੋਂ ਬਾਅਦ ਗਿਲੀਅਨ ਕੀ ਕਹਿੰਦਾ, This one is better than usual, said Gillian, rolling a cigarette, and I am going to tell it to you. It's too sad and funny to go with the game. I have just come from the office of my uncle's lawyers. He leaves me $1,000. Now, what can a man possibly do with just $1,000? ਤੇ ਗਿਲੀਅਨ ਨੇ ਸਿਗਰਟ ਘੁਮਾਉਂਦੇ ਹੋਏ ਕਿਹਾ, ਤੇ ਆਮ ਕਹਾਣੀਆਂ ਤੋਂ ਵਧੀਆ ਕਹਾਣੀ ਹੈ ਤੇ ਮੈਂ ਤੈਨੂੰ ਸੁਣਾਉਣ ਲੱਗਾ ਹਾਂ। ਤੇ ਇਹ ਦੁੱਖ ਭਰੀ, ਸੈਡ ਦਾ ਮਤਲਬ ਹੈ ਦੁੱਖ ਭਰੀ ਤੇ ਮਜ਼ਾਕੀਆ ਕਹਾਣੀ ਹੈ ਜੋ ਖੇਡ ਦੇ ਨਾਲ ਨਹੀਂ ਸੁਣਾਈ ਜਾ ਸਕਦੀ। ਤੇ ਮੈਂ ਸਿੱਧਾ ਹੀ ਆਪਣੇ ਚਾਚੇ ਦੇ ਵਕੀਲਾਂ ਦੇ ਦਫ਼ਤਰ ਤੋਂ ਆ ਰਿਹਾ ਤੇ ਉਹ ਮੇਰੇ ਲਈ $1,000 ਛੱਡ ਗਏ ਹਨ। ਤੇ ਹੁਣ ਤੂੰ ਮੈਨੂੰ ਦੱਸ ਕਿ ਜਿਹੜਾ ਬੰਦਾ $1,000 ਹੈ ਕਿਸ ਤਰ੍ਹਾਂ ਖਰਚ ਕਰ ਸਕਦਾ, $1,000 ਦਾ ਬੰਦਾ ਕੀ ਕਰ ਸਕਦਾ। ਤੇ ਓਲਡ ਬ੍ਰਾਈਸਨ ਕੀ ਰਿਪਲਾਈ ਕਰਦਾ, ਓਲਡ ਬ੍ਰਾਈਸਨ ਕਹਿੰਦਾ, I thought, said old Bryson, that the late Septimus Gillian was worth something like $500,000. ਤੇ ਓਲਡ ਬ੍ਰਾਈਸਨ ਕਹਿੰਦਾ ਕਿ ਮੈਨੂੰ ਤਾਂ ਇਹ ਲੱਗਦਾ ਸੀ ਕਿ ਸੈਪਟੀਮਸ ਗਿਲੀਅਨ ਦੀ ਜਿਹੜੀ ਪ੍ਰੋਪਰਟੀ ਹੈ ਉਹ ਘੱਟੋ ਘੱਟ $500,000 ਦੀ, ਕਿ ਬਹੁਤ ਜ਼ਿਆਦਾ ਪ੍ਰੋਪਰਟੀ ਹੈ। He was, said Gillian joyously, and that's where the joke comes in. He left almost all his money to a microbe. That is, a part of it goes to a man who invents new delicacies and the rest to a hospital for doing away with that microbe. The butler and the housekeeper get a seal ring and $10 each. His nephew gets $1,000. ਤੇ ਇੱਥੇ ਵਰਡਸ ਯੂਜ਼ ਹੋਏ ਨੇ ਮਾਈਕਰੋਬ ਤੇ ਬੈਲੀਸਸ, ਤੇ ਉਸ ਦਾ ਮਤਲਬ ਹੁੰਦਾ ਜੀਵਾਣੂ। ਤੇ ਜਿਹੜਾ ਰੋਬਰਟ ਗਿਲੀਅਨ ਹੈ ਉਹ ਓਲਡ ਬ੍ਰਾਈਸਨ ਨੂੰ ਕਹਿੰਦਾ ਕਿ ਉਸਦੀ ਪ੍ਰਾਪਰਟੀ ਤੇ $500,000 ਦੀ ਸੀ। ਤੇ ਇੱਥੇ ਹੀ ਮਜ਼ਾਕ ਸ਼ੁਰੂ ਹੁੰਦਾ ਕਿ ਉਸਦੇ ਚਾਚੇ ਨੇ ਆਪਣਾ ਸਾਰਾ ਧਨ ਇੱਕ ਜੀਵਾਣੂ ਲਈ ਛੱਡਿਆ। ਮਤਲਬ ਕਿ ਇਸ ਧਨ ਦਾ ਇੱਕ ਹਿੱਸਾ ਉਸ ਆਦਮੀ ਨੂੰ ਮਿਲ ਰਿਹਾ ਜੋ ਨਵੇਂ ਜੀਵਾਣੂ ਦੀ ਖੋਜ ਕਰੇਗਾ ਤੇ ਬਾਕੀ ਉਸ ਜੀਵਾਣੂ ਨੂੰ ਮਾਰਨ ਲਈ ਇੱਕ ਹਸਪਤਾਲ ਨੂੰ ਦਿੱਤਾ। ਤੇ ਬਟਲਰ ਰੋਟੀ ਬਣਾਉਣ ਵਾਲੇ ਤੇ ਹਾਊਸਕੀਪਰ ਘਰ ਦੀ ਸਫਾਈ ਕਰਨ ਵਾਲੇ ਨੂੰ ਸੀਲ ਰਿੰਗ ਮੋਹਰ ਲਗਾਉਣ ਵਾਲੀ ਅੰਗੂਠੀ ਤੇ $10 ਦਿੱਤਾ। ਤੇ ਨੈਫਿਊ ਹੁੰਦੇ ਆਪਣੇ ਭਤੀਜੇ ਨੂੰ $1,000 ਦਿੱਤਾ। ਤੇ ਭਤੀਜਾ ਕੌਣ ਹੈ? ਰੋਬਰਟ ਗਿਲੀਅਨ। You've always had a plenty of money to spend, said old Bryson. ਤੇ old Bryson ਉਸਨੂੰ ਕਹਿੰਦਾ ਰੋਬਰਟ ਗਿਲੀਅਨ ਨੂੰ, ਤੇ ਤੇਰੇ ਕੋਲ ਤਾਂ ਹਮੇਸ਼ਾ ਹੀ ਖਰਚਣ ਵਾਸਤੇ ਪੈਸੇ ਹੁੰਦੇ ਸਨ। ਤੇ ਗਿਲੀਅਨ ਕਹਿੰਦਾ, tons, said Gillian. Uncle was a fairy godmother as far as an allowance was concerned. ਤੇ ਉਹ ਕਹਿੰਦਾ ਕਿ ਮੇਰੇ ਕੋਲ ਤਾਂ ਕਈ ਟਨ ਪੈਸੇ ਹੁੰਦੇ ਸਨ, ਕਿ ਮੇਰੇ ਕੋਲ ਤਾਂ ਬਹੁਤ ਜ਼ਿਆਦਾ ਪੈਸੇ ਹੁੰਦੇ ਸਨ। ਤੇ ਚਾਚਾ ਜੀ ਮੇਰੇ ਲਈ ਇੱਕ ਚਮਤਕਾਰੀ ਤਰ੍ਹਾਂ ਮਾਤਾ ਸਨ ਜਿੱਥੋਂ ਤੱਕ ਪੈਸਿਆਂ ਦੀ ਗੱਲ ਸੀ। ਤੇ ਜਿਸ ਦਾ ਮਤਲਬ ਹੈ ਕਿ ਉਸਦੇ ਚਾਚਾ ਜੀ ਉਸਨੂੰ ਬਹੁਤ ਪੈਸੇ ਖਰਚਣ ਦੇ ਦਿਆ ਕਰਦੇ ਸਨ। ਐਨੀ ਅਦਰ ਹੇਅਰਸ, ਆਸਕਡ ਓਲਡ ਬ੍ਰਾਈਸਨ। ਤੇ ਇੱਕ ਵਰਡ ਯੂਜ਼ ਹੋਇਆ ਹੇਅਰਸ, HEIRS, ਜਿਸ ਦਾ ਮਤਲਬ ਹੁੰਦਾ ਹੈ ਵਾਰਿਸ। ਤੇ ਓਲਡ ਬ੍ਰਾਈਸਨ ਉਸ ਤੋਂ ਪੁੱਛਦਾ ਗਿਲੀਅਨ ਤੋਂ ਕਿ ਕੋਈ ਹੋਰ ਵੀ ਵਾਇਰਸ ਹੈਗਾ ਤੇਰੇ ਚਾਚੇ ਦਾ। ਤੇ ਗਿਲੀਅਨ ਕਹਿੰਦਾ ਨਨ। ਗਿਲੀਅਨ ਫਰਾਊਂਡ ਐਂਡ ਕਿਕਡ ਦਾ ਦੀਵਾਨ ਅਨਈਜ਼ੀਲੀ। There is Miss Hayden, a ward of my uncle, who lived in his house. I forget to tell you that she gets a seal ring and $10 too. What a joke. Don't be insulting, old Bryson. Tell me what a fellow can do with $1,000. ਤੇ ਗਿਲੀਅਨ ਬ੍ਰਾਈਸਨ ਨੂੰ ਕਹਿੰਦਾ ਕਿ ਕੋਈ ਹੋਰ ਵਾਰਸ ਤੇ ਨਹੀਂ ਸੀ। ਤੇ ਫਰਾਊਂਡ ਹੁੰਦਾ ਜਦੋਂ ਗੁੱਸੇ ਨਾਲ ਸਿਰ ਦੇ ਉੱਪਰ ਜਿਹੜੀਆਂ ਲਾਈਨਾਂ ਬਣ ਜਾਂਦੀਆਂ ਉਸਨੂੰ ਫਰਾਊਂਡ ਕਿਹਾ ਜਾਂਦਾ। ਤੇ ਗੁੱਸੇ ਵਿੱਚ ਉਸਨੇ ਕਿਹਾ ਗਿਲੀਅਨ ਨੇ ਕਿ ਕੋਈ ਹੋਰ ਉਹਨਾਂ ਦਾ ਵਾਰਿਸ ਨਹੀਂ ਸੀ। ਤੇ ਉਸਨੂੰ ਗੁੱਸਾ ਆ ਗਿਆ ਤੇ ਫਿਰ ਉਸਨੇ ਦੀਵਾਨ ਤੇ ਕਿੱਕ ਮਾਰੀ। ਤੇ ਫਿਰ ਉਸਨੇ ਓਲਡ ਬ੍ਰਾਈਸਨ ਨੂੰ ਕਿਹਾ ਕਿ ਮੈਂ ਤੈਨੂੰ ਦੱਸਣਾ ਭੁੱਲ ਗਿਆ ਕਿ ਇੱਕ ਮਿਸ ਹੇਡਨ ਹੈ ਜੋ ਕਿ ਵਾਰਡ ਮਤਲਬ ਕਿ ਜਿਸ ਦੇ ਅੰਕਲ ਉਹ ਦੇਖਭਾਲ ਕਰਦੇ ਸੀ ਤੇ ਉਹ ਅੰਕਲ ਦੇ ਘਰ ਵਿੱਚ ਹੀ ਰਹਿੰਦੀ ਆ। ਤੇ ਉਸਨੂੰ ਵੀ $10 ਤੇ ਇੱਕ ਮੋਹਰ ਲਾਉਣ ਵਾਲੀ ਅੰਗੂਠੀ ਉਹ ਮਿਲੀ ਆ। ਤੇ ਫਿਰ ਗਿਲੀਅਨ ਨੇ ਓਲਡ ਬ੍ਰਾਈਸਨ ਨੂੰ ਕਹਿੰਦਾ ਕਿ ਕੀ ਮਜ਼ਾਕ ਹੈ, ਤੇ ਹੁਣ ਤੂੰ ਮੈਨੂੰ ਦੱਸ ਕਿ ਇੱਕ ਬੰਦਾ ਜਿਹੜਾ $1,000 ਦਾ ਕੀ ਕਰ ਸਕਦਾ। Old Bryson rubbed his glasses and smiled, and when he smiled, Gillian knew he was going to be more offensive than ever. Offensive ਦਾ ਮਤਲਬ ਹੁੰਦਾ ਹੈ ਅਪਮਾਨ ਕਰਨ ਵਾਲਾ ਜਾਂ ਅਪਮਾਨਜਨਕ ਬਣਨ ਵਾਲਾ। ਤੇ ਓਲਡ ਬ੍ਰਾਈਸਨ ਰਬਡ ਹਿਸ ਗਲਾਸਿਸ, ਵੀ ਉਸਨੇ ਆਪਣੀਆਂ ਐਨਕਾਂ ਸਾਫ਼ ਕੀਤੀਆਂ ਤੇ ਸਮਾਈਲ ਕੀਤਾ। ਤੇ ਹੁਣ ਗਿਲੀਅਨ ਨੂੰ ਪਤਾ ਸੀ ਕਿ ਉਹ ਕੋਈ ਅਪਮਾਨਜਨਕ ਗੱਲ ਹੈ ਉਹ ਕਰੂਗਾ। $1,000, he said, means much or little. One may buy a happy home with it. $1,000 would buy pure milk for 100 babies during June, July and August and save 50 of their lives. You could have half an hour fun in one of the art galleries. It will provide an education to an ambitious boy. You could move to a New Hampshire town and live respectably for 2 years on it.
ਤੇ ਫਿਰ 올ਡ ਬ੍ਰਾਈਸਨ ਦੱਸਦਾ ਵੀ ਤੁਸੀਂ $1000 ਦਾ ਕੀ ਕਰ ਸਕਦੇ ਹੋ। ਤੇ ਉਹ ਕਹਿੰਦਾ ਕਿ $1000 ਦਾ ਮਤਲਬ ਵੱਧ ਹੈ ਜਾਂ ਘੱਟ। ਇਸ ਨਾਲ ਕੋਈ ਬੰਦਾ ਇੱਕ ਖੁਸ਼ਹਾਲ ਘਰ ਹੈ ਉਹ ਖਰੀਦ ਸਕਦਾ ਹੈ। ਤੇ $1000 ਨਾਲ ਤੁਸੀਂ 100 ਬੱਚਿਆਂ ਲਈ ਜੂਨ, ਜੁਲਾਈ ਅਤੇ ਅਗਸਤ ਵਿੱਚ ਪਿਓਰ ਦੁੱਧ ਦਾ ਜਿਹੜਾ ਪ੍ਰਬੰਧ ਹੈ ਉਹ ਕਰ ਸਕਦੇ ਹੋ ਤੇ ਉਹਨਾਂ ਦੇ 50 ਜੀਵਨ ਬਚਾ ਸਕਦੇ ਹੋ। ਤੇ ਤੁਸੀਂ ਆਰਟ ਗੈਲਰੀ ਵਿੱਚ ਅੱਧਾ ਘੰਟਾ ਮਨੋਰੰਜਨ ਫਨ ਹੈ ਉਹ ਕਰ ਸਕਦੇ ਹੋ, ਜਾਂ ਇੱਕ ਚਾਹਵਾਨ ਬੱਚੇ ਨੂੰ, ਐਂਬੀਸ਼ੀਅਸ ਬॉय ਨੂੰ ਤੁਸੀਂ ਸਿੱਖਿਆ ਦੇ ਸਕਦੇ ਹੋ, ਜਾਂ ਨਿਊ ਹੈਮਸ਼ੀਅਰ ਸ਼ਹਿਰ ਵਿੱਚ 2 ਸਾਲ ਤੱਕ ਰਿਸਪੈਕਟਫੁਲੀ ਤੁਸੀਂ ਰਹਿ ਸਕਦੇ ਹੋ। ਤੇ ਰੋਬਰਟ ਗਿਲੀਅਨ ਨੂੰ ਇਹ ਆਈਡੀਆ ਵਧੀਆ ਨਹੀਂ ਲੱਗਦਾ ਤੇ ਉਹ ਕਹਿੰਦਾ ਪੀਪਲ ਮਾਈਟ ਲਾਈਕ ਯੂ ਇਫ ਯੂ ਵਾਂਟ ਮੋਰਲਾਈਜ਼ ਦਾ ਮਤਲਬ ਹੁੰਦਾ ਉਪਦੇਸ਼ ਦੇਣਾ। ਆਈ ਆਸਕਡ ਯੂ ਟੂ ਟੈਲ ਮੀ ਵਟ ਆਈ ਕੁਡ ਡੂ ਵਿਦ $1000 ਸੈਡ ਗਿਲੀਅਨ। ਤੇ ਗਿਲੀਅਨ ਕਹਿੰਦਾ ਕਿ ਲੋਕੀ ਤੁਹਾਨੂੰ ਉਦੋਂ ਹੀ ਪਸੰਦ ਕਰਨਗੇ ਜਦੋਂ ਤੁਸੀਂ ਉਪਦੇਸ਼ ਨਾ ਦਿਓ। ਮੈਂ ਤੁਹਾਡੇ ਤੋਂ ਸਿੰਪਲ ਜਿਹਾ ਸਵਾਲ ਪੁੱਛਿਆ ਕਿ ਤੁਸੀਂ ਇਹ ਦੱਸੋ ਕਿ ਮੈਂ $1000 ਦਾ ਕੀ ਕਰਾਂ। ਤੇ ਗਿਲੀਅਨ ਹੈ 올ਡ ਬ੍ਰਾਈਸਨ ਨੂੰ ਪੁੱਛਦਾ। You, said old Bryson with a gentle laugh. Why, Bobby Gillian, there is only one sensible thing that you can do. You can buy Miss Lotta Laurier a diamond pendant and spend the rest of your time in a ranch. ਤੇ ਰੈਂਚ ਕੀ ਹੁੰਦਾ? ਰੈਂਚ ਉਹ ਥਾਂ ਹੁੰਦੀ ਹੈ ਜਿੱਥੇ ਪਸ਼ੂਆਂ ਨੂੰ ਰੱਖਿਆ ਜਾਂਦਾ ਹੈ, ਜਿਵੇਂ ਕਿ ਕਾਊਸ ਨੂੰ ਰੱਖਿਆ ਜਾਂਦਾ ਹੈ, ਭੇਡ ਬੱਕਰੀਆਂ ਨੂੰ ਰੱਖਿਆ ਜਾਂਦਾ ਹੈ। ਤੇ 올ਡ ਬ੍ਰਾਈਸਨ ਕਹਿੰਦਾ ਤੂੰ ਇੱਕ ਚੰਗੀ ਚੀਜ਼ ਹੈ ਕਰ ਸਕਦਾ, ਇੱਕ ਸੈਂਸੀਬਲ ਚੀਜ਼ ਹੈ ਕਰ ਸਕਦਾ। ਤੂੰ ਮਿਸ ਲੋਟਾ ਲੋਰੀਅਰ ਜੋ ਕਿ ਇੱਕ ਐਕਟਰੈਸ ਹੈ ਉਸਨੂੰ ਤੂੰ ਡਾਇਮੰਡ ਪੈਂਡੈਂਟ ਲੈ ਕੇ ਦੇ ਦੇ ਤੇ ਆਪਣੇ ਜੀਵਨ ਦਾ ਬਾਕੀ ਸਮਾਂ ਇੱਕ ਰੈਂਚ ਵਿੱਚ ਤੂੰ ਬਤੀਤ ਕਰ ਲੈ। ਤੇ ਗਿਲੀਅਨ ਨੂੰ ਆਈਡੀਆ ਬਹੁਤ ਪਸੰਦ ਆਉਂਦਾ ਤੇ ਉਹ ਕਹਿੰਦਾ ਥੈਂਕਸ ਸੈਡ ਗਿਲੀਅਨ ਰਾਈਜ਼ਿੰਗ, ਆਈ ਥੌਟ ਆਈ ਕੁਡ ਡਿਪੈਂਡ ਔਨ ਯੂ। 올ਡ ਬ੍ਰਾਈਸਨ ਤੇ ਉਸਦਾ ਧੰਨਵਾਦ ਕਰਦਾ ਤੇ ਆਈ ਥੌਟ ਆਈ ਕੁਡ ਡਿਪੈਂਡ ਔਨ ਯੂ ਦਾ ਮਤਲਬ ਹੈ ਕਿ ਮੈਨੂੰ ਇਹ ਲੱਗਿਆ ਕਿ ਮੈਂ ਤੇਰੇ ਤੇ ਭਰੋਸਾ ਕਰ ਸਕਦਾ ਹਾਂ। You gave me the right idea. ਤੂੰ ਮੈਨੂੰ ਠੀਕ ਸਲਾਹ ਦਿੱਤੀ ਹੈ। I wanted to spend the money in a lump. ਲੰਪ ਹੁੰਦਾ ਵੀ ਇੱਕੋ ਵਾਰ 'ਚ, ਕਿ ਮੈਂ ਸਾਰੇ ਪੈਸੇ ਇੱਕੋ ਵਾਰ 'ਚ ਹੀ ਖਰਚ ਕਰਨੇ ਸਨ। No need to keep a big account then. I hate that. ਤੇ ਫਿਰ ਮੈਨੂੰ ਕੋਈ ਲੰਬਾ ਚੌੜਾ ਹਿਸਾਬ ਕਿਤਾਬ ਵੀ ਨਹੀਂ ਰੱਖਣਾ ਪਏਗਾ ਤੇ ਮੈਨੂੰ ਹਿਸਾਬ ਰੱਖਣਾ ਵੈਸੇ ਨਹੀਂ ਪਸੰਦ। ਗਿਲੀਅਨ phoned a cab and asked the driver to take him to the Columbian Theatre. ਤੇ ਗਿਲੀਅਨ ਨੇ ਕੈਬ ਬੁਲਾਈ ਤੇ ਡਰਾਈਵਰ ਨੂੰ ਕਿਹਾ ਕਿ ਉਸਨੂੰ ਕੋਲੰਬੀਅਨ ਥੀਏਟਰ ਲੈ ਜਾਏ। Miss Lotta Laurier was almost ready for the show when her dresser mentioned Mr. Gillian's name. ਤੇ ਹੁਣ ਲੋਟਾ ਲੋਰੀਅਰ ਦਾ ਸ਼ੋਅ ਹੋਣ ਵਾਲਾ ਸੀ ਤੇ ਉਸਦੇ ਡਰੈਸਰ ਨੇ, ਜੋ ਵੀ ਉਸਦਾ ਮੇਕਅਪ ਵਗੈਰਾ ਕਰਦਾ, ਉਸਦੇ ਡਰੈਸਰ ਨੇ ਉਸਨੂੰ ਕਿਹਾ ਕਿ ਮਿਸਟਰ ਗਿਲੀਅਨ ਆਏ ਨੇ ਤੈਨੂੰ ਮਿਲਣ। let him in said Miss Laurier. ਤੇ ਮਿਸ ਲੋਰੀਅਰ ਨੇ ਕਿਹਾ ਕਿ ਉਸਨੂੰ ਬੁਲਾ ਲਓ। Now what is it Bobby? she said looking quite bored. ਤੇ ਜਦੋਂ ਗਿਲੀਅਨ ਆਇਆ ਤਾਂ ਉਸਨੇ ਕਿਹਾ, ਲੋਟਾ ਲੋਰੀਅਰ ਨੇ ਕਿਹਾ ਵਟ ਇਜ਼ ਦਿਸ ਬੌਬੀ। ਤੇ ਹੁਣ ਜਿਹੜਾ ਗਿਲੀਅਨ ਹੈ ਨਾ ਉਸਨੂੰ ਰੋਬਰਟ ਬੌਬੀ ਗਿਲੀਅਨ ਵੀ ਕਿਹਾ ਜਾਂਦਾ ਤੇ ਉਸਨੂੰ ਬੌਬੀ ਵੀ ਕਿਹਾ ਜਾਂਦਾ ਹੈ, ਗਿਲੀਅਨ ਵੀ ਕਿਹਾ ਜਾਂਦਾ ਤੇ ਉਸਦਾ ਜਿਹੜਾ ਪੂਰਾ ਨਾਮ ਹੈ ਉਹ ਹੈ ਰੋਬਰਟ ਬੌਬੀ ਗਿਲੀਅਨ। ਤੇ ਉਸਨੇ ਕਿਹਾ ਵਟ ਇਜ਼ ਦਿਸ ਬੌਬੀ, ਬੌਬੀ ਕੀ ਗੱਲ ਹੈ। ਤੇ ਉਹ ਕਾਫੀ ਬੋਰ ਸੀ। ਆਈ ਐਮ ਗੋਇੰਗ ਟੂ ਪਰਫਾਰਮ ਇਨ 2 minutes। ਤੇ ਲੋਟਾ ਲੋਰੀਅਰ ਨੇ ਕਿਹਾ ਕਿ 2 ਮਿੰਟਾਂ ਵਿੱਚ ਤੇ ਮੇਰਾ ਸ਼ੋਅ ਸ਼ੁਰੂ ਹੈ, ਮੈਂ ਪਰਫਾਰਮੈਂਸ ਦੇਣੀ ਹੈ। ਆਈ ਵੋਂਟ ਟੇਕ 2 minutes ਸੈਡ ਗਿਲੀਅਨ। ਗਿਲੀਅਨ ਨੇ ਕਿਹਾ ਕਿ ਮੈਂ 2 ਮਿੰਟ ਵੀ ਨਹੀਂ ਲੈਣੇ। ਬਟ ਅਬਾਊਟ ਅ ਪੈਂਡੈਂਟ, ਕਿ ਮੈਂ ਤੈਨੂੰ ਇੱਕ ਪੈਂਡੈਂਟ ਲੈ ਦੇਵਾਂ। ਆਈ ਕੈਨ ਸਪੈਂਡ 3 ਸਿਫਰਸ ਵਿਦ ਅ ਫਿਗਰ ਇਨ ਫਰੰਟ ਆਫ ਦੈਮ। ਤੇ ਸਿਫਰ ਦਾ ਮਤਲਬ ਹੁੰਦਾ ਹੈ 0 ਤੇ ਉਹ ਫਿਗਰ ਇਨ ਫਰੰਟ ਆਫ ਦੈਮ ਦਾ ਮਤਲਬ ਹੈ 1 ਤੇ 1 ਤੋਂ ਬਾਅਦ 3 0। ਤੇ ਉਸਨੇ ਕਿਹਾ ਕਿ ਮੈਂ ਤੈਨੂੰ $1000 ਦਾ ਜਿਹੜਾ ਪੈਂਡੈਂਟ ਹੈ ਉਹ ਲੈ ਕੇ ਦੇ ਸਕਦਾ ਹਾਂ। ਤੇ ਉਸਨੇ ਕੀ ਕਿਹਾ ਲੋਟਾ ਲੋਰੀਅਰ ਨੇ, ਓ ਜਸਟ ਐਜ਼ ਯੂ ਸੇ ਬੌਬੀ, ਡਿਡ ਯੂ ਸੀ ਦ ਨੈਕਲੈਸ ਡੈਲਾ ਸਟੇਸੀ ਵਾਜ਼ ਵੇਅਰਿੰਗ ਦ ਅਦਰ ਨਾਈਟ? $2,200 it cost, she said, and she left for her performance. ਤੇ ਉਸਨੇ ਗਿਲੀਅਨ ਨੂੰ ਕਿਹਾ ਕਿ ਬੌਬੀ ਤੂੰ ਉਹ ਨੈਕਲੈਸ ਦੇਖਿਆ ਸੀ ਜੋ ਡੈਲਾ ਸਟੈਸੀ ਨੇ ਪਾਇਆ ਸੀ, ਉਸ ਦੀ ਕੀਮਤ ਹੈ $2,200। ਤੇ ਉਸ ਤੋਂ ਬਾਅਦ ਉਹ ਪਰਫਾਰਮੈਂਸ ਦੇਣ ਚਲੀ ਗਈ। ਤੇ ਇਨਡਾਇਰੈਕਟਲੀ ਉਹਨੇ ਇਹ ਕਹਿਤਾ ਕਿ ਮੈਨੂੰ $1000 ਵਾਲਾ ਪੈਂਡੈਂਟ ਨਹੀਂ, ਮੈਨੂੰ $2,200 ਵਾਲਾ ਜਿਹੜਾ ਨੈਕਲੈਸ ਹੈ ਉਹ ਚਾਹੀਦਾ। ਪਰ ਗਿਲੀਅਨ ਹੈ ਕਿੰਨੇ ਪੈਸੇ ਖਰਚ ਕਰ ਸਕਦਾ ਸੀ? $1,000। ਤੇ ਇਸ ਕਰਕੇ ਫਿਰ ਉਸ ਤੋਂ ਬਾਅਦ ਕੀ ਹੋਇਆ, ਗਿਲੀਅਨ ਵੈਂਟ ਟੂ ਦਾ ਕੈਬ। ਉਹ ਕੈਬ ਵਿੱਚ ਫਿਰ ਚਲਾ ਗਿਆ ਤੇ ਉਸ ਤੋਂ ਬਾਅਦ ਉਹ ਕੈਬ ਦੇ ਡਰਾਈਵਰ ਨੂੰ ਕੀ ਪੁੱਛਦਾ, ਵਟ ਵੁੱਡ ਯੂ ਹੈਵ ਡਨ ਇਫ ਯੂ ਹੈਡ $1,000? ਤੇ ਉਹ ਡਰਾਈਵਰ ਨੂੰ ਪੁੱਛਦਾ ਜੇ ਤੇਰੇ ਕੋਲ $1000 ਹੋਣ ਤਾਂ ਤੂੰ ਕੀ ਕਰੇਗਾ? ਤੇ ਡਰਾਈਵਰ ਕਹਿੰਦਾ ਓਪਨ ਅ ਸਲੂਨ, ਕਿ ਮੈਂ ਸ਼ਰਾਬਖਾਨਾ ਖੋਲਾਂਗਾ। ਆਈ ਵੁੱਡ ਮੇਕ ਮਨੀ ਵਿਦ ਬੋਥ ਹੈਂਡਸ, ਆਰ ਯੂ ਥਿੰਕਿੰਗ ਆਫ? ਤੇ ਉਹ ਕਹਿੰਦੇ ਕਿ ਮੈਂ ਦੋਵੇਂ ਹੱਥਾਂ ਨਾਲ ਪੈਸੇ ਕਮਾਵਾਂਗਾ। ਤੇ ਤੁਸੀਂ ਵੀ ਆਈ ਕਿ ਤੁਸੀਂ ਕੀ ਸੋਚ ਰਹੇ ਹੋ, ਮੀਨਸ ਕਿ ਤੁਸੀਂ ਵੀ ਸ਼ਰਾਬਖਾਨਾ ਖੋਲਣ ਦਾ ਸੋਚ ਰਹੇ ਹੋ। ਤੇ ਗਿਲੀਅਨ ਕਹਿੰਦਾ ਓ ਨੋ, merely asked for curiosity, drive on till I ask you to stop. Curiosity ਦਾ ਮਤਲਬ ਹੁੰਦਾ ਹੈ ਉਤਸੁਕਤਾ ਪੂਰਵਕ। ਤੇ ਉਸਨੇ ਕਿਹਾ ਕਿ ਨਹੀਂ ਮੈਂ ਵੈਸੇ ਹੀ ਉਤਸੁਕਤਾ ਪੂਰਵਕ ਹੈ ਪੁੱਛ ਰਿਹਾ ਸੀ ਤੇ ਹੁਣ ਗੱਡੀ ਚਲਾਉਂਦੇ ਜਾਓ ਜਦੋਂ ਤੱਕ ਮੈਂ ਤੁਹਾਨੂੰ ਰੁਕਣ ਲਈ ਨਾ ਕਹਾਂ। 8 blocks down the Broadway, Gillian saw a blind man selling pencils on the sidewalk. Gillian got out of the cab and stood before him.
8 blocks down the Broadway मीनस कि ब्रॉडवे तो 8 ਬਲਾਕ ਅੱਗੇ। ਤੇ ਉੱਥੇ ਗਿਲੀਅਨ ਨੇ ਦੇਖਿਆ ਕਿ ਇੱਕ ਜਿਹੜਾ ਬਲਾਈਂਡ ਮੈਨ ਹੈ ਉਹ ਪੈਨਸਲਾਂ ਵੇਚ ਰਿਹਾ। ਤੇ ਜਿਹੜਾ ਗਿਲੀਅਨ ਆਪਣੀ ਕੈਬ ਤੋਂ ਆਪਣੀ ਕਾਰ ਤੋਂ ਉਤਰਿਆ ਤੇ ਉਸਦੇ ਸਾਹਮਣੇ ਖੜਾ ਹੋ ਗਿਆ। ਐਕਸਕਿਊਜ਼ ਮੀ ਹੀ ਸੈਡ, ਬਟ ਟੈਲ ਮੀ ਵਟ ਯੂ ਵੁੱਡ ਡੂ ਇਫ ਯੂ ਹੈਡ $1,000। ਤੇ ਉਹ ਇੱਕ ਬਲਾਈਂਡ ਮੈਨ ਨੂੰ ਪੁੱਛਦਾ ਜੇ ਤੇਰੇ ਕੋਲ $1,000 ਹੋਣ ਤਾਂ ਤੂੰ ਕੀ ਕਰੇਗਾ। ਯੂ ਹੈਵ ਜਸਟ got down the cab now. Take a look at this if you like, said the blind man and took a small book from his pocket. Gillian opened it and saw it was a bank deposit book. It showed a balance of $1,785 to the blind man's credit. Gillian returned the book and got into the cab. ਤੇ ਬਲਾਈਂਡ ਮੈਨ ਨੇ ਕਿਹਾ ਕਿ ਤੂੰ ਹੁਣੇ ਕੈਬ ਤੋਂ ਉਤਰਿਆ ਤੇ ਇਹ ਬੁੱਕ ਦੇਖ ਲੈ ਕਿ ਤੈਨੂੰ ਇਹ ਵਧੀਆ ਲੱਗੇਗੀ। ਤੇ ਕਿਹੜੀ ਬੁੱਕ ਸੀ? ਉਹ ਬੈਂਕ ਦੀ ਪਾਸਬੁੱਕ ਸੀ। ਤੇ ਉਸ ਵਿੱਚ ਉਸਨੇ ਦੇਖਿਆ, ਗਿਲੀਅਨ ਨੇ ਦੇਖਿਆ ਕਿ ਉਸ ਬਲਾਈਂਡ ਮੈਨ ਦੇ ਅਕਾਊਂਟ ਵਿੱਚ, ਜੋ ਕਿ ਪੈਨਸਲਾਂ ਵੇਚ ਰਿਹਾ, ਉਸ ਦੇ ਅਕਾਊਂਟ ਵਿੱਚ $1,785 ਸੀਗੇ। ਤੇ ਗਿਲੀਅਨ ਨੇ ਪਾਸਬੁੱਕ ਰਿਟਰਨ ਕੀਤੀ ਤੇ ਫਿਰ ਕੈਬ ਵਿੱਚ ਫਿਰ ਬੈਠ ਗਿਆ। ਤੇ ਉਸਨੇ ਕੈਬ ਵਾਲੇ ਨੂੰ ਕਿਹਾ ਟੋਲਮੈਨ ਐਂਡ ਸ਼ਾਰਪ ਐਟ ਬ੍ਰੌਡਵੇ, ਹੀ ਟੋਲਡ ਦਾ ਡਰਾਈਵਰ। ਤੇ ਟੋਲਮੈਨ ਐਂਡ ਸ਼ਾਰਪ ਵਕੀਲਾਂ ਦੇ ਨਾਂ ਹੈਗੇ ਨੇ ਕਿ ਉਸਨੇ ਵਕੀਲਾਂ ਕੋਲ ਜਾਣਾ। ਤੇ ਉਸਨੇ ਡਰਾਈਵਰ ਨੂੰ ਕਿਹਾ ਤੇ ਹੁਣ ਉਹ ਵਕੀਲਾਂ ਕੋਲ ਪਹੁੰਚ ਗਿਆ। ਤੇ ਵਕੀਲਾਂ ਨੂੰ ਉਸਨੇ ਕੀ ਕਿਹਾ? ਆਈ ਬੈਗ ਯੂਰ ਪਾਰਡਨ, ਸੈਡ ਗਿਲੀਅਨ ਚੀਅਰਫੁਲੀ, ਬਟ ਮੇ ਆਈ ਆਸਕ ਵਨ ਕੁਐਸਚਨ, ਹੋਪ ਯੂ ਵੋਂਟ ਮਾਈਂਡ, ਵਾਜ਼ ਮਿਸ ਹੇਡਨ ਲੈਫਟ ਐਨੀਥਿੰਗ ਬਾय ਮਾਈ ਅੰਕਲਸ ਵਿਲ ਬਿਸਾਈਡਸ ਦ ਰਿੰਗ ਐਂਡ $10? ਤੇ ਉਸਨੇ ਵਕੀਲਾਂ ਨੂੰ ਪੁੱਛਿਆ ਕਿ ਮਿਸ ਹੇਡਨ ਨੂੰ ਵੀ ਸਿਰਫ ਰਿੰਗ ਤੇ $10 ਹੀ ਮਿਲੇ ਹਨ ਜਾਂ ਕੁਝ ਹੋਰ ਵੀ ਮਿਲਿਆ। ਤੇ ਵਕੀਲ ਨੇ ਕੀ ਕਿਹਾ? ਵਕੀਲ ਨੇ ਕਿਹਾ ਨਥਿੰਗ, ਸੈਡ ਮਿਸਟਰ ਟੋਲਮੈਨ। ਤੇ ਟੋਲਮੈਨ ਵਕੀਲ ਨੇ ਕਿਹਾ ਕਿ ਕੁਝ ਹੋਰ ਨਹੀਂ ਮਿਲਿਆ। ਤੇ ਉਸ ਤੋਂ ਬਾਅਦ ਉਸਨੇ ਵਕੀਲਾਂ ਨੂੰ ਕਿਹਾ, ਬੌਬੀ ਨੇ, ਆਈ ਥੈਂਕ ਯੂ ਵੈਰੀ ਮਚ ਸਰ, ਸੈਡ ਗਿਲੀਅਨ ਐਂਡ ਆਊਟ ਹੀ ਵੈਂਟ ਇਨਟੂ ਹਿਸ ਕੈਬ। ਤੇ ਉਸਨੇ ਵਕੀਲਾਂ ਨੂੰ ਥੈਂਕ ਯੂ ਕੀਤਾ ਤੇ ਉਹ ਕੈਬ ਵਿੱਚ ਫਿਰ ਤੋਂ ਬੈਠ ਗਿਆ। ਤੇ ਉਸ ਤੋਂ ਬਾਅਦ ਹੋ ਗਿਆ ਆਪਣੇ ਅੰਕਲ ਦੇ ਘਰ। ਵੈਨ ਮਿਸਟਰ ਗਿਲੀਅਨ ਰੀਚਡ ਹਿਸ ਅੰਕਲਸ ਹਾਊਸ, ਮਿਸ ਹੇਡਨ ਵਾਜ਼ ਰਾਈਟਿੰਗ ਲੈਟਰਸ ਇਨ ਦ ਲਾਇਬ੍ਰੇਰੀ। ਸ਼ੀ ਵਾਜ਼ ਸਮਾਲ ਐਂਡ ਸਲੈਂਡਰ ਐਂਡ ਡਰੈਸਡ ਇਨ ਬਲੈਕ। ਸਲੈਂਡਰ ਦਾ ਮਤਲਬ ਹੈ ਕਿ ਕਾਫੀ ਪਤਲੀ ਸੀ ਜਾਂ ਹਲਕੇ ਸਰੀਰ ਦੀ ਸੀ। I have just come from Tallman's office, he explained. They found a postscript to the will. It seemed that uncle on second thoughts loosened a bit and willed you $1,000. As I was driving this way, Tallman asked me to bring the money. Here it is. Gillian laid the money on the table. ਤੇ ਗਿਲੀਅਨ ਹੈ ਉਹ ਆਪਣੇ ਅੰਕਲ ਦੇ ਘਰ ਗਿਆ, ਆਪਣੇ ਚਾਚੇ ਦੇ ਘਰ ਗਿਆ ਜਿੱਧਰ ਮਿਸ ਹੇਡਨ ਸੀਗੀ। ਉਹ ਲਾਇਬ੍ਰੇਰੀ ਵਿੱਚ ਬੈਠੀ ਚਿੱਠੀਆਂ ਲਿਖ ਰਹੀ ਸੀ। ਤੇ ਮਿਸ ਹੇਡਨ ਕਾਫੀ ਪਤਲੀ ਸੀ ਤੇ ਛੋਟੀ ਸੀ, ਤੇ ਛੋਟੀ ਵੀ ਸੀ ਤੇ ਪਤਲੀ ਵੀ ਸੀ। ਤੇ ਉਸਨੇ ਬਲੈਕ ਕੱਪੜੇ ਪਾਏ ਹੋਏ ਸੀਗੇ। ਤੇ ਉਸਨੇ ਉਸਨੂੰ ਕਿਹਾ ਕਿ ਮੈਂ ਟੋਲਮੈਨ ਵਕੀਲ ਦੇ ਆਫਿਸ ਤੋਂ ਆਇਆ ਹਾਂ। ਤੇ ਅੰਕਲ ਨੇ ਨਾ ਪੋਸਟ ਸਕ੍ਰਿਪਟ ਲਿਖੀ ਹੈ ਵਿਲ ਦੇ। ਮੀਨ ਪੋਸਟ ਸਕ੍ਰਿਪਟ ਹੁੰਦਾ ਕਿ ਐਂਡ ਵਿੱਚ ਲਿਖੀ ਹੋਈ ਗੱਲ, ਕਿ ਵਿਲ ਦੇ ਐਂਡ ਵਿੱਚ ਇੱਕ ਹੋਰ ਗੱਲ ਲਿਖੀ ਹੋਈ ਆ। ਕਿ ਮੈਨੂੰ ਲੱਗਦਾ ਕਿ ਅੰਕਲ ਨੂੰ ਦੁਬਾਰਾ ਵਿਚਾਰ ਆ ਗਿਆ, ਸੈਕਿੰਡ ਥਾਟ ਆ ਗਿਆ ਤੇ ਹੀ ਲੂਜ਼ਨਡ ਅ ਬਿਟ ਐਂਡ ਵਿਲ ਯੂ $1,000। ਕਿ ਫਿਰ ਦੋਨਾਂ ਦੇ ਮਨ ਵਿੱਚ ਦੁਬਾਰਾ ਵਿਚਾਰ ਆਇਆ ਤੇ ਉਹਨਾਂ ਨੇ ਤੁਹਾਨੂੰ $1,000 ਆਪਣੇ ਵਿਲ ਦੇ ਅਕੋਰਡਿੰਗਲੀ ਦਿੱਤੇ ਹਨ। ਤੇ ਮੈਂ ਇੱਧਰੋਂ ਹੀ ਲੰਘ ਰਿਹਾ ਸੀਗਾ ਤੇ ਟੋਲਮੈਨ ਨੇ ਮੈਨੂੰ ਕਿਹਾ ਕਿ ਪੈਸੇ ਮੈਂ ਤੈਨੂੰ ਦੇ ਦੇਵਾਂ ਤੇ ਇਹ ਲੈ ਪੈਸੇ $1,000। ਤੇ ਗਿਲੀਅਨ ਨੇ ਇਹ ਪੈਸੇ ਹੈ ਉਹ ਮਿਸ ਹੇਡਨ ਨੂੰ ਦੇ ਦਿੱਤੇ। ਮਿਸ ਹੇਡਨ ਟਰਨਡ ਵਾਈਟ, ਕਿ ਉਹ ਚਿੱਟੀ ਪੈ ਗਈ। ਉਹ ਆਈ ਐਮ ਸੌਰੀ, ਕਿ ਮੈਨੂੰ ਅਫਸੋਸ ਹੈ, ਸੈਡ ਮਿਸ ਹੇਡਨ ਟੇਕਿੰਗ ਅਪ ਹਰ ਮਨੀ। ਤੇ ਉਸਨੇ ਪੈਸੇ ਲੈ ਲਏ। ਫਿਰ ਉਸਨੇ ਦੁਬਾਰਾ ਕਿਹਾ ਆਈ ਐਮ ਸੌਰੀ। ਤੇ ਗਿਲੀਅਨ ਨੇ ਕਿਹਾ ਦੇयर इज नो यूज, ਕਿ ਇਸ ਦਾ ਕੋਈ ਫਾਇਦਾ ਨਹੀਂ। ਆਲਮੋਸਟ ਲਾਈਟ ਹਾਰਟedly, ਵੀ ਮਜ਼ਾਕ ਵਿੱਚ ਉਸਨੇ ਕਿਹਾ। ਮੇ ਆਈ ਰਾਈਟ ਅ ਨੋਟ, ਆਸਕ ਗਿਲੀਅਨ ਵਿਦ ਅ ਸਮਾਈਲ। ਫਿਰ ਗਿਲੀਅਨ ਨੇ ਪੁੱਛਿਆ ਕਿ ਮੈਂ ਇੱਕ ਨੋਟ ਲਿਖ ਸਕਦਾ, ਪੈਨ ਤੇ ਪੇਪਰ ਵਿੱਚ ਮੈਂ ਕੁਝ ਲਿਖ ਸਕਦਾ ਹਾਂ। ਸ਼ੀ ਗੇਵ ਹਿਮ ਦਾ ਪੇਪਰ ਐਂਡ ਦੈਨ ਵੈਂਟ ਬੈਕ ਟੂ ਹਰ ਵਰਕ। ਤੇ ਉਸਨੇ ਉਸਨੂੰ ਕਾਗਜ਼ ਦਿੱਤਾ ਗਿਲੀਅਨ ਨੂੰ ਤੇ ਉਹ ਵਾਪਸ ਆਪਣੇ ਕੰਮ ਵਿੱਚ ਚਲੀ ਗਈ, ਲੈਟਰ ਲਿਖਣ ਲੱਗ ਪਈ। ਗਿਲੀਅਨ ਮੇਡ ਐਨ ਅਕਾਊਂਟ ਆਫ ਹਿਸ ਐਕਸਪੈਂਡੀਚਰ ਆਫ the $1,000 in these words. Paid by the black sheep, Robert Gillian, $1,000 on the account of eternal happiness to the best and dearest woman on earth. ਤੇ ਹੁਣ ਜਿਹੜਾ ਰੋਬਰਟ ਗਿਲੀਅਨ ਨੇ ਅਕਾਊਂਟ ਮੀਨਸ ਕਿ ਜਿਹੜਾ ਪੈਸਿਆਂ ਦਾ ਲੇਖਾ ਜੋਖਾ ਕਿਸ ਤਰ੍ਹਾਂ ਲਿਖਿਆ ਕਿ ਬਲੈਕ ਸ਼ੀਪ, ਆਪਣੇ ਆਪ ਨੂੰ ਉਸਨੇ ਬਲੈਕ ਸ਼ੀਪ ਕਿਹਾ, ਮੀਨਸ ਕਿ ਪਰਿਵਾਰ ਵਾਸਤੇ ਕਲੰਕ। ਤੇ ਰੋਬਰਟ ਗਿਲੀਅਨ ਇੱਕ ਬਲੈਕ ਸ਼ੀਪ ਨੇ $1,000 ਦਿੱਤੇ ਇਟਰਨਲ ਹੈਪੀਨੈਸ, ਸਦੀਵੀ ਖੁਸ਼ੀ, ਹਮੇਸ਼ਾ ਲਈ ਖੁਸ਼ੀ, ਹਮੇਸ਼ਾ ਵਾਸਤੇ ਖੁਸ਼ੀ ਲਈ। ਕਿਸ ਨੂੰ ਦਿੱਤੇ? ਟੂ ਦਾ ਬੈਸਟ ਐਂਡ ਡੀਅਰੈਸਟ ਵੂਮਨ ਔਨ ਦਾ ਅਰਥ। ਤੇ ਇੱਥੇ ਬੈਸਟ ਐਂਡ ਡੀਅਰੈਸਟ ਵੂਮਨ ਔਨ ਅਰਥ ਕਿਹਨੂੰ ਕਿਹਾ ਗਿਆ? ਮਿਸ ਹੇਡਨ ਨੂੰ। ਤੇ ਇਸ ਤਰ੍ਹਾਂ ਉਸਨੇ ਹਿਸਾਬ ਕਿਤਾਬ ਦਾ ਜਿਹੜਾ ਨੋਟ ਹੈ ਉਹ ਬਣਾ ਦਿੱਤਾ। ਤੇ ਉਸ ਤੋਂ ਬਾਅਦ ਕੀ ਹੋਇਆ? ਗਿਲੀਅਨ ਸਲਿਪਡ ਹਿਜ਼ ਰਾਈਟਿੰਗ ਇਨਟੂ ਐਨ ਐਨਵੈਲਪ ਬੋਰਡ ਐਂਡ ਵੈਂਟ ਹਿਜ਼ ਵੇ। ਤੇ ਉਸਨੇ ਇੱਕ ਲਿਫਾਫੇ ਵਿੱਚ ਪਾਇਆ, ਇੱਕ ਐਨਵੈਲਪ ਵਿੱਚ ਉਹ ਚਿੱਠੀ ਪਾਈ, ਉਹ ਨੋਟ ਪਾਇਆ ਜਿਸ ਵਿੱਚ ਜੋ ਨੋਟ ਉਸਨੇ ਲਿਖਿਆ ਸੀਗਾ ਤੇ ਚਲਾ ਗਿਆ। ਹਿਜ਼ ਕੈਬ
stopped at office of Tolman and Sharp. ਤੇ ਉਹ ਵਕੀਲਾਂ ਦੇ ਆਫਿਸ ਫਿਰ ਦੁਬਾਰਾ ਤੋਂ ਚਲਾ ਗਿਆ. I have spent the $1,000, he said cheerfully to Mr. Tolman, and I have come to give you the account. ਕਿ ਮੈਂ $1,000 ਖਰਚ ਦਿੱਤੇ ਨੇ ਤੇ ਮੈਂ ਉਸ ਦਾ ਹਿਸਾਬ ਤੈਨੂੰ ਦੇਣ ਆਇਆ ਹਾਂ. ਤੇ ਗਿਲੀਅਨ ਨੇ ਵਕੀਲ ਨੂੰ ਕਿਹਾ, ਟੋਲਮੈਨ ਨੂੰ ਕਿਹਾ. He tossed the envelope on the table. ਤੇ ਉਸਨੇ ਜਿਹੜਾ ਲਿਫਾਫਾ ਹੈ ਉਹ ਟੇਬਲ ਵਿੱਚ ਰੱਖ ਦਿੱਤਾ. Without touching the envelope, Mr. Tolman went to the door and called his partner Sharp. Together they discussed something. ਤੇ ਟੋਲਮੈਨ ਹੈ ਵਕੀਲ ਨੇ ਲਿਫਾਫਾ ਤੇ ਹਲੇ ਟੱਚ ਨਹੀਂ ਕੀਤਾ ਤੇ ਪਹਿਲਾਂ ਹੀ ਉਸਨੇ ਆਪਣੇ ਸਾਥੀ ਆਪਣੇ ਪਾਰਟਨਰ ਸ਼ਾਰਪ ਨੂੰ ਬੁਲਾ ਲਿਆ ਤੇ ਉਹ ਆਪਸ ਵਿੱਚ ਕੋਈ ਗੱਲ ਹੈ ਡਿਸਕਸ ਕਰਨ ਲੱਗੇ. ਫਾਈਨਲੀ ਮਿਸਟਰ ਟੋਲਮੈਨ ਸੈਡ. ਤੇ ਮਿਸਟਰ ਟੋਲਮੈਨ ਵਕੀਲ ਨੇ ਕੀ ਕਿਹਾ ਗਿਲੀਅਨ ਨੂੰ, ਮਿਸਟਰ ਗਿਲੀਅਨ, your uncle had left another envelope which was to be opened after you had submitted an account of spending the $1,000 bequest in the will. ਤੇ bequest ਦਾ ਮਤਲਬ ਹੁੰਦਾ ਹੈ ਵਸੀਅਤ ਦੇ ਅਕੋਰਡਿੰਗਲੀ. ਤੇ ਵਕੀਲ ਨੇ ਕਿਹਾ ਕਿ ਮਿਸਟਰ ਗਿਲੀਅਨ ਤੇਰੇ ਅੰਕਲ ਨੇ ਇੱਕ ਹੋਰ ਲਿਫਾਫਾ ਉਹ ਦਿੱਤਾ ਹੈ ਤੇ ਉਹ ਉਦੋਂ ਹੀ ਓਪਨ ਹੋਏਗਾ ਜਦੋਂ ਤੂੰ ਸਾਨੂੰ ਜਿਹੜਾ $1,000 ਦਾ ਜਿਹੜਾ ਲੇਖਾ ਜੋਖਾ ਹੈ ਜਿਹੜਾ ਕਿ ਇੱਕ ਹਿਸਾਬ ਹੈ ਉਹ ਦੇਵੇਂਗਾ. As you have given the account, my partner and I read the content of the envelope. We will not give you the details, but the gist is that if you have spent the $1,000 wisely, we have the power to release you $5,000 kept for you. But if you spend the money the same way as you did in the past, the $5,000 will be paid to Miriam Hayden, the ward of the late Mr. Gillian. Now, Mr. Gillian, we will examine your account in regard to $1,000. Mr. Tolman reached for the envelope. Gillian was quicker in taking it up. He tore the account and its cover and dropped them into his pocket. ਤੇ ਇੱਥੇ ਨਾ ਇੱਕ ਵਰਡ ਯੂਜ਼ ਹੋਇਆ ਗਿਸਟ, GIST, ਜਿਸ ਦਾ ਮਤਲਬ ਹੁੰਦਾ ਸਮਰੀ, ਕਰਕਸ, ਤੇ ਮੀਨਸ ਕਿ ਇਸਦਾ ਜਿਹੜਾ ਰਿਜ਼ਲਟ ਹੈ ਇਸਦਾ ਸਿੱਟਾ ਕੀ ਆ. ਤੇ ਹੁਣ ਚਾਚਾ ਜੀ ਨੇ ਵਸੀਅਤ ਵਿੱਚ ਇਹ ਲਿਖਿਆ ਸੀਗਾ ਵੀ ਪਹਿਲਾਂ ਤਾਂ ਇਸਨੂੰ $1,000 ਮਿਲਣਗੇ ਤੇ ਫਿਰ ਉਹ ਦੇਖਿਆ ਜਾਏਗਾ ਕਿ $1,000 ਹੈ ਉਸਨੇ ਵਾਈਜ਼ਲੀ ਸਪੈਂਡ ਕੀਤੇ, ਚੰਗੀ ਤਰ੍ਹਾਂ ਖਰਚ ਕੀਤੇ ਜਾਂ ਨਹੀਂ. ਤੇ ਹੁਣ ਵਕੀਲ ਇਹ ਦੇਖਣਗੇ ਕਿ ਉਸਨੇ ਜਿਹੜੇ $1,000 ਜੇ ਚੰਗੀ ਤਰ੍ਹਾਂ ਖਰਚ ਕੀਤੇ ਹਨ ਤਾਂ ਉਸਨੂੰ $5,000 ਹੋਰ ਮਿਲ ਜਾਣਗੇ. ਪਰ ਜੇ ਉਸਨੇ ਪੈਸੇ ਉਸੇ ਤਰ੍ਹਾਂ ਹੀ ਖਰਚ ਕੀਤੇ ਹਨ ਜਿਸ ਤਰ੍ਹਾਂ ਉਹ ਪਹਿਲਾਂ ਕਰਦਾ ਸੀ, ਪਹਿਲਾਂ ਪੈਸੇ ਉਡਾਉਂਦਾ ਸੀ ਜਾਂ ਚੰਗੀ ਤਰ੍ਹਾਂ ਸਪੈਂਡ ਨਹੀਂ ਸਨ ਕੀਤੇ, ਤਾਂ $5,000 ਕਿਸ ਨੂੰ ਮਿਲਣਗੇ? ਮੀਰੀਅਮ ਹੇਡਨ, ਮਿਸ ਹੇਡਨ ਨੂੰ ਮਿਲਣਗੇ. ਤੇ ਹੁਣ ਵਕੀਲਾਂ ਨੇ ਕਿਹਾ ਕਿ ਹੁਣ ਅਸੀਂ ਦੇਖਾਂਗੇ ਕਿ ਤੂੰ $1,000 ਕਿਸ ਤਰ੍ਹਾਂ ਖਰਚ ਕੀਤੇ ਹਨ. ਤੇ ਕਹਿਣ ਦਾ ਮਤਲਬ ਹੈ ਕਿ ਜੇ ਉਸਨੇ $1,000 ਚੰਗੀ ਤਰ੍ਹਾਂ ਖਰਚ ਕੀਤੇ ਹਨ ਤਾਂ ਉਸਨੂੰ $5,000 ਹੋਰ ਮਿਲ ਜਾਣਗੇ. ਜੇ ਉਸਨੇ ਪੈਸੇ ਉਡਾਏ ਹਨ ਜਾਂ ਵੇਸਟ ਕੀਤੇ ਹਨ ਤਾਂ ਉਸ ਜਿਹੜੇ $5,000 ਹੈ ਉਹ ਮਿਸ ਹੇਡਨ ਨੂੰ ਮਿਲ ਜਾਣਗੇ. ਤੇ ਇਹ ਵਿਲ ਦੇ ਅਕੋਰਡਿੰਗਲੀ ਹੈ. ਤੇ ਜਦੋਂ ਮਿਸਟਰ ਟੋਲਮੈਨ ਜਿਹੜਾ ਵਕੀਲ ਹੈ ਉਹ ਲਿਫਾਫਾ ਲੈਣ ਲੱਗਾ, ਹਿਸਾਬ ਕਿਤਾਬ ਦੇਖਣ ਲੱਗਾ, ਤੇ ਗਿਲੀਅਨ ਨੇ ਉਹ ਜਿਹੜਾ ਲਿਫਾਫਾ ਹੈ ਉਹ ਐਨਵੈਲਪ ਲੈ ਲਿਆ ਤੇ ਪਾੜ ਦਿੱਤਾ ਤੇ ਆਪਣੀ ਪਾਕਟ ਵਿੱਚ ਰੱਖ ਦਿੱਤਾ. ਤੇ ਉਸ ਤੋਂ ਬਾਅਦ ਉਸਨੇ ਕਿਹਾ, ਇਟਸ ਆਲ ਰਾਈਟ, ਹੀ ਸੈਡ ਸਮਾਈਲਿੰਗ, ਦੇयर इज नो नीड टू बॉदर यू विद दिस. Anyhow, I lost the $1,000 on the races. Good day to you, gentlemen. Tolman and Sharp shook their heads in disgust and looked at each other, and they heard Gillian leave the room whistling. ਤੇ ਡਿਸਗਸਟ ਵਰਡ ਯੂਜ਼ ਹੋਇਆ. ਡਿਸਗਸਟ ਦਾ ਮਤਲਬ ਹੁੰਦਾ ਡਿਸਲਾਈਕ. ਤੇ ਗਿਲੀਅਨ ਨੇ ਕਿਹਾ ਕਿ ਠੀਕ ਹੈ, ਹੁਣ ਮੈਂ ਤੁਹਾਨੂੰ ਹੋਰ ਪਰੇਸ਼ਾਨ ਨਹੀਂ ਕਰਨਾ ਕਿ ਮੈਂ ਜਿਹੜੇ $1,000 ਹੈ ਉਹ ਰੇਸ ਤੇ ਹਾਰ ਚੁੱਕਿਆ ਹਾਂ. ਤੇ ਗੁੱਡ ਡੇ, ਕਿ ਤੁਹਾਡਾ ਦਿਨ ਹੈ ਵਧੀਆ ਹੋਏ. ਤੇ ਉਸ ਤੋਂ ਬਾਅਦ ਜਿਹੜੇ ਵਕੀਲ ਨੇ ਉਹ ਆਪਸ ਵਿੱਚ ਮੀਨਸ ਕਿ ਇੱਕ ਦੂਜੇ ਨੂੰ ਦੇਖਦੇ ਰਹਿ ਗਏ ਤੇ ਗਿਲੀਅਨ ਉਹ ਸੀਟੀਆਂ ਵਜਾਉਂਦਾ ਹੋਇਆ ਬਾਹਰ ਚਲਾ ਗਿਆ. ਤੇ ਹੁਣ ਅਸੀਂ ਇਹ ਦੇਖਿਆ ਕਿ ਗਿਲੀਅਨ ਨੇ ਪੈਸੇ ਉਹ ਚੰਗੀ ਤਰ੍ਹਾਂ ਸਪੈਂਡ ਕੀਤੇ ਸੀਗੇ. ਉਸਨੇ ਮਿਸ ਹੇਡਨ ਨੂੰ $1,000 ਦਿੱਤੇ ਸੀਗੇ ਤੇ ਉਸਦਾ ਹਿਸਾਬ ਵੀ ਵਕੀਲਾਂ ਕੋਲ ਲੈ ਕੇ ਆਇਆ ਸੀ. ਤੇ ਹੋਇਆ ਕੀ, ਜਦੋਂ ਉਸਨੂੰ ਸ਼ਰਤ ਪਤਾ ਲੱਗੀ ਕਿ ਜੇ ਉਸਨੇ ਪੈਸੇ ਵਾਈਜ਼ਲੀ ਸਪੈਂਡ ਕੀਤੇ ਹਨ ਤਾਂ ਉਸਨੂੰ $5,000 ਹੋਰ ਮਿਲ ਜਾਣਗੇ, ਪਰ ਜੇ ਉਸਨੇ ਵਾਈਜ਼ਲੀ ਸਪੈਂਡ ਨਹੀਂ ਕੀਤੇ ਤਾਂ ਉਹ ਪੈਸੇ ਮਿਸ ਹੇਡਨ ਨੂੰ ਮਿਲਣਗੇ. ਤੇ ਗਿਲੀਅਨ ਇਹ ਚਾਹੁੰਦਾ ਸੀਗਾ ਕਿ ਉਹ $5,000 ਹੈ ਉਹ ਮਿਸ ਹੇਡਨ ਨੂੰ ਮਿਲ ਜਾਣ. ਤੇ ਇਸ ਕਰਕੇ ਉਸਨੇ ਉਹ ਜਿਹੜਾ ਹਿਸਾਬ ਕਿਤਾਬ ਵਾਲਾ ਲਿਫਾਫਾ ਹੈ, ਐਨਵੈਲਪ ਹੈ, ਉਹ ਪਾੜ ਦਿੱਤਾ ਤੇ ਆਪਣੀ ਜੇਬ ਵਿੱਚ ਰੱਖ ਲਿਆ ਤੇ ਖੁਸ਼ੀ ਨਾਲ ਸੀਟੀਆਂ ਵਜਾਉਂਦਾ ਹੋਇਆ ਬਾਹਰ ਚਲਾ ਗਿਆ, ਕਿਉਂਕਿ ਉਹ ਚਾਹੁੰਦਾ ਸੀ ਕਿ ਉਹ ਜਿਹੜੇ ਪੈਸੇ ਹਨ $5,000 ਜੋ ਉਸਨੂੰ ਮਿਲਣੇ ਸਨ ਉਹ ਮਿਸ ਹੇਡਨ ਨੂੰ ਮਿਲ ਜਾਣ. ਤੇ ਹੁਣ ਸਾਨੂੰ ਪਤਾ ਲੱਗ ਗਿਆ ਕਿ ਉਸਨੇ $5,000 ਕਿਉਂ ਨਹੀਂ ਲਏ ਤੇ ਲਿਫਾਫਾ ਕਿਉਂ ਪਾੜਿਆ. ਤੇ ਦੋਸਤੋ, ਇਹ ਸੀਗਾ ਤੁਹਾਡਾ ਪਾਰਟ $1,000. ਮੈਨੂੰ ਪੂਰੀ ਉਮੀਦ ਹੈ ਕਿ ਆਪ ਸਾਰਿਆਂ ਨੂੰ ਇਹ ਜਿਹੜਾ ਚੈਪਟਰ ਹੈ, ਪਾਰਟ ਬਹੁਤ ਹੀ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ. ਅਗਲੇ ਵੀਡੀਓ ਵਿੱਚ ਅਸੀਂ ਇਸ ਦੇ ਕੁਐਸਚਨ ਆਨਸਰਸ ਕਰਾਂਗੇ. ਉਸ ਵੀਡੀਓ ਦਾ ਲਿੰਕ ਥੱਲੇ ਡਿਸਕ੍ਰਿਪਸ਼ਨ ਬਾਕਸ ਵਿੱਚ ਵੀ ਦਿੱਤਾ ਗਿਆ ਹੈ ਤੇ ਆਪ ਸਾਰਿਆਂ ਦੀ ਸਕਰੀਨ ਦੇ ਸਾਹਮਣੇ ਵੀ ਆ ਰਿਹਾ ਹੈ. ਹੁਣ ਦਿਓ ਆਪਣੇ ਅਧਿਆਪਕ ਸਰਦਾਰ ਹਰਵਿੰਦਰ ਸਿੰਘ ਨੂੰ ਇਜਾਜ਼ਤ. ਸਤਿ ਸ੍ਰੀ ਅਕਾਲ.